ਦੇਖ ਲੈਣਗੇ। ਓਕੇ, ਸਟਾਰਟ ਕਰਦੇ ਹਾਂ। ਆਡੀਓ ਕਲੀਅਰ ਹੈ ਨਾ ਹੁਣ ਸਭ ਨੂੰ? ਓਕੇ, ਪਲੀਜ਼ ਸਕਰੀਨ ਤੇ ਕੋਈ ਮਾਰਕ ਨਾ ਕਰੋ। ਓਕੇ, ਅੱਜ ਦਾ ਟੌਪਿਕ ਜੋ ਹੈ ਪੋਲਿਟੀ ਮੈਰਾਥਨ ਹੈ। ਲక్ష్ਮੀਕਾਂਤ ਬੁੱਕ ਦੇ ਉੱਪਰ ਬੇਸਡ ਹੈ। ਅਗਰ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਪੰਜਾਬ ਔਰ ਸੈਂਟਰ ਲੈਵਲ ਦੀ, ਤਾਂ ਇਹ ਵੀਡੀਓ ਸਭ ਦੇ ਲਈ ਆ, ਕਿਉਂਕਿ ਪੋਲਿਟੀ ਜੋ ਹੈ ਜੀਕੇ ਦਾ ਪਾਰਟ ਹੈ। ਓਕੇ, ਸਭ ਤੋਂ ਫਰਸਟ ਟੌਪਿਕ ਹੈ ਫੰਡਾਮੈਂਟਲ ਡਿਊਟੀਜ਼, ਜਿਨ੍ਹਾਂ ਨੂੰ ਪੰਜਾਬੀ ਵਿੱਚ ਕਹਿੰਦੇ ਆ ਮੂਲ ਕਰਤੱਵ। ਮਾਈਕ ਸਭ ਦੇ ਮਿਊਟ ਹੋਣ ਲੱਗੇ ਆ। ਆਨਸਰ ਤੁਸੀਂ ਚੈਟ ਬਾਕਸ ਦੇ ਵਿੱਚ ਹੀ ਦੇਣਾ ਹੈ। ਓਕੇ, ਫਰਸਟ ਕੁਐਸਚਨ ਹੈ, ਸੰਵਿਧਾਨ ਦੇ ਕਿਸ ਭਾਗ ਵਿੱਚ ਕਰਤੱਵ ਬਾਰੇ ਜ਼ਿਕਰ ਮਿਲਦਾ ਹੈ? ਆਪਸ਼ਨ ਏ ਹੈ ਭਾਗ 4, ਆਪਸ਼ਨ ਬੀ ਹੈ ਭਾਗ 4A, ਆਪਸ਼ਨ ਸੀ ਹੈ ਭਾਗ 3, ਆਪਸ਼ਨ ਡੀ ਹੈ ਭਾਗ 5A। ਆਡੀਓ ਫਿਰ ਨਹੀਂ ਆ ਰਹੀ? ਇੱਕ ਵਾਰੀ ਕਨਫਰਮ ਕਰਿਓ, ਆਡੀਓ ਫਿਰ ਤੋਂ ਨਹੀਂ ਆ ਰਹੀ? ਜਿਨ੍ਹਾਂ ਨੂੰ ਨਹੀਂ ਆ ਰਹੀ ਹੁਣ ਉਹ ਰੀਜੁਆਇਨ ਕਰ ਲਓ। ਓਕੇ, ਜਿਨ੍ਹਾਂ ਨੂੰ ਕਲੀਅਰ ਨਹੀਂ ਆ ਰਹੀ ਉਹ ਰੀਜੁਆਇਨ ਕਰ ਲਓ। ਇਸ ਦਾ ਫਰਸਟ ਕੁਐਸਚਨ ਦਾ ਆਨਸਰ ਹੈ ਆਪਸ਼ਨ ਬੀ, ਭਾਗ 4A ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਦੇ ਬਾਰੇ ਆਪਾਂ ਨੂੰ ਜ਼ਿਕਰ ਮਿਲਦਾ ਹੈ ਸੰਵਿਧਾਨ ਦੇ ਵਿੱਚ। ਨੈਕਸਟ ਕੁਐਸਚਨ ਹੈ, ਕਿਸ ਅਨੁਛੇਦ ਮਤਲਬ ਆਰਟੀਕਲ ਵਿੱਚ ਮੂਲ ਕਰਤੱਵ ਬਾਰੇ ਜ਼ਿਕਰ ਹੈ? ਆਪਸ਼ਨ ਏ ਹੈ ਆਰਟੀਕਲ 51, ਆਪਸ਼ਨ ਬੀ ਹੈ ਆਰਟੀਕਲ 51A, ਆਪਸ਼ਨ ਸੀ ਹੈ ਆਰਟੀਕਲ 52, ਆਪਸ਼ਨ ਡੀ ਹੈ ਆਰਟੀਕਲ 50A। ਬੀ ਨਾਓ ਵਿਜ਼ੀਬਲ। ਓਕੇ, ਮੈਨੂੰ ਤਾਂ ਕੋਈ ਸਮਝ ਨਹੀਂ ਆ ਰਹੀ। ਸਚਿਨ ਕਿਉਂ ਨਹੀਂ ਸਮਝ ਆ ਰਿਹਾ? ਪੰਜਾਬੀ ਨਹੀਂ ਆਂਦੀ ਪੜ੍ਹਨੀ? ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ, 51A ਦੇ ਵਿੱਚ ਮੂਲ ਕਰਤੱਵਾਂ ਮਤਲਬ ਫੰਡਾਮੈਂਟਲ ਡਿਊਟੀਜ਼ ਦੇ ਬਾਰੇ ਚਰਚਾ ਕੀਤੀ ਗਈ ਹੈ। ਨੈਕਸਟ ਕੁਐਸਚਨ ਹੈ, ਮੂਲ ਕਰਤੱਵ ਦੀ ਗਿਣਤੀ ਕਿੰਨੀ ਹੈ? ਆਪਸ਼ਨ ਏ ਹੈ 10, ਆਪਸ਼ਨ ਬੀ ਹੈ 11, ਆਪਸ਼ਨ ਸੀ ਹੈ 8, ਆਪਸ਼ਨ ਡੀ ਹੈ 9। ਐਟ ਪ੍ਰੈਜ਼ੈਂਟ 11। ਐਟ ਪ੍ਰੈਜ਼ੈਂਟ ਦੇ ਬਾਰੇ ਹੀ ਦੱਸਣਾ ਹੈ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ, ਮੂਲ ਕਰਤਵਾਂ ਦੀ ਗਿਣਤੀ ਜੋ ਹੈ 11 ਹੈ। ਅਗਰ ਆਪਾਂ ਜਦੋਂ ਮੂਲ ਕਰਤਵਾਂ ਨੂੰ ਸੰਵਿਧਾਨ ਦੇ ਵਿੱਚ ਐਡ ਕੀਤਾ ਗਿਆ ਸੀ ਤਾਂ ਉਦੋਂ ਗਿਣਤੀ ਕਿੰਨੀ ਸੀ? 10। ਠੀਕ ਹੈ, 2002 ਦੇ ਵਿੱਚ ਇੱਕ 86th ਕਨਸਟੀਟਿਊਸ਼ਨਲ ਅਮੈਂਡਮੈਂਟ ਹੋਈ, ਜਿੰਦੇ ਵਿੱਚ 11ਵਾਂ ਫੰਡਾਮੈਂਟਲ ਡਿਊਟੀਜ਼ ਨੂੰ ਜੋੜਿਆ ਗਿਆ। ਨੈਕਸਟ ਕੁਐਸਚਨ ਹੈ, ਕਿਸ ਦੇਸ਼ ਦੇ ਸੰਵਿਧਾਨ ਤੋਂ ਪ੍ਰਭਾਵਿਤ ਹੋ ਕੇ ਮੂਲ ਕਰਤੱਵ ਭਾਰਤ ਦੇ ਸੰਵਿਧਾਨ ਵਿੱਚ ਜੋੜੇ ਗਏ? ਆਪਸ਼ਨ ਏ ਹੈ ਚੀਨ, ਆਪਸ਼ਨ ਬੀ ਹੈ ਰੂਸ, ਆਪਸ਼ਨ ਸੀ ਹੈ ਅਮਰੀਕਾ, ਆਪਸ਼ਨ ਡੀ ਹੈ ਜਾਪਾਨ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ, ਰੂਸ ਦੇ ਮਤਲਬ ਰਸ਼ੀਆ ਦੇ ਸੰਵਿਧਾਨ ਤੋਂ ਪ੍ਰਭਾਵਿਤ ਹੋ ਕੇ ਭਾਰਤ ਦੇ ਸੰਵਿਧਾਨ ਵਿੱਚ ਫੰਡਾਮੈਂਟਲ ਡਿਊਟੀਜ਼ ਨੂੰ ਜੋੜਿਆ ਗਿਆ। ਅਗਰ ਆਪਾਂ ਲੋਕਤੰਤਰੀ ਦੇਸ਼ਾਂ ਦੀ ਗੱਲ ਕਰੀਏ ਤਾਂ ਸਿਰਫ ਜਾਪਾਨ ਹੀ ਇੱਕ ਅਜਿਹਾ ਲੋਕਤੰਤਰ ਹੈ ਜਿੱਥੇ ਫੰਡਾਮੈਂਟਲ ਰਾਈਟ ਦੇ ਨਾਲ-ਨਾਲ ਫੰਡਾਮੈਂਟਲ ਡਿਊਟੀਜ਼ ਦੇ ਬਾਰੇ ਸੰਵਿਧਾਨ ਵਿੱਚ ਲਿਖਿਆ ਗਿਆ ਸੀ। ਲੇਕਿਨ ਉਸ ਤੋਂ ਬਾਅਦ ਭਾਰਤ ਦੇ ਸੰਵਿਧਾਨ ਵਿੱਚ ਸ਼ਾਮਿਲ ਕੀਤਾ। ਅਮਰੀਕਾ ਦੇ ਸੰਵਿਧਾਨ ਦੇ ਵਿੱਚ ਵੀ ਫੰਡਾਮੈਂਟਲ ਡਿਊਟੀਜ਼ ਨਹੀਂ ਨੇ। ਠੀਕ ਹੈ, ਜੇਕਰ ਆਪਾਂ ਸਾਮਵਾਦੀ ਦੇਸ਼ਾਂ ਦੀ ਗੱਲ ਕਰੀਏ ਜਿਵੇਂ ਰਸ਼ੀਆ ਹੈ, ਚਾਈਨਾ ਹੈ ਜਾਂ ਹੋਰ ਦੇਸ਼ ਨੇ, ਉਹਨਾਂ ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਦੇ ਨਾਲ-ਨਾਲ ਫੰਡਾਮੈਂਟਲ ਰਾਈਟ ਦੋਨਾਂ ਨੂੰ ਰੱਖਿਆ ਗਿਆ ਹੈ। ਓਕੇ, ਨੈਕਸਟ ਕੁਐਸਚਨ ਹੈ, ਕਿਸ ਸਮਿਤੀ ਮਤਲਬ ਕਮੇਟੀ ਨੇ ਮੂਲ ਕਰਤਵਾਂ ਬਾਰੇ ਸਿਫਾਰਿਸ਼ ਕੀਤੀ? ਆਪਸ਼ਨ ਏ ਹੈ ਇੰਦਰਾ ਗਾਂਧੀ ਕਮੇਟੀ, ਆਪਸ਼ਨ ਬੀ ਹੈ ਸਵਰਨ ਸਿੰਘ ਕਮੇਟੀ, ਆਪਸ਼ਨ ਸੀ ਹੈ ਵੋਰਾ ਕਮੇਟੀ, ਆਪਸ਼ਨ ਡੀ ਹੈ ਦਿਨੇਸ਼ ਗੋਸਵਾਮੀ ਕਮੇਟੀ। ਸਵਰਨ ਸਿੰਘ ਆ ਰਿਹਾ, ਮਾਰਕਰ ਕੀਤਾ ਸ਼ੋ ਨਹੀਂ ਹੋ ਰਿਹਾ। ਮਾਰਕਰ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਸ਼ੋ ਹੋਏਗਾ, ਇਹ ਵੀਡੀਓ ਤੇ ਹੀ ਸ਼ੋ ਹੁੰਦਾ ਸਿਰਫ। ਸਾਰਿਆਂ ਦੇ ਆਨਸਰ ਬੀ ਹੀ ਆ ਰਿਹਾ।
ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਹੈ। ਸਵਰਨ ਸਿੰਘ ਕਮੇਟੀ ਨੇ ਸਿਫਾਰਿਸ਼ ਕੀਤੀ ਸੀ ਮੂਲ ਕਰਤਵਾਂ ਦੀ, ਠੀਕ ਹੈ। ਔਰ ਇਸ ਦਾ ਗਠਨ ਕਦੋਂ ਹੋਇਆ ਸੀ? 1976 ਦੇ ਵਿੱਚ ਸਵਰਨ ਸਿੰਘ ਕਮੇਟੀ ਦਾ ਗਠਨ ਕੀਤਾ ਗਿਆ ਕਾਂਗਰਸ ਦੀ ਸਰਕਾਰ ਨੇ। ਔਰ ਵੋਰਾ ਕਮੇਟੀ ਔਰ ਦਿਨੇਸ਼ ਗੋਸਵਾਮੀ ਜੋ ਕਮੇਟੀਜ਼ ਨੇ ਉਹ ਕਿਹਦੇ ਨਾਲ ਰਿਲੇਟਿਡ ਨੇ? ਚੁਣਾਵ ਸੁਧਾਰ ਸੰਬੰਧੀ ਜਿਹੜੀਆਂ ਸੀ ਉਹਦੇ ਵਿੱਚ ਵੋਰਾ ਕਮੇਟੀ ਔਰ ਦਿਨੇਸ਼ ਗੋਸਵਾਮੀ ਕਮੇਟੀ ਦਾ ਜ਼ਿਕਰ ਹੈ। ਉਹਨਾਂ ਨੇ ਚੁਣਾਵ ਸੁਧਾਰ ਸੰਬੰਧੀ ਮਤਲਬ ਇਲੈਕਸ਼ਨ ਰਿਫਾਰਮ ਦੇ ਸੰਬੰਧੀ ਸਿਫਾਰਸ਼ਾਂ ਕੀਤੀਆਂ ਸੀ। ਨੈਕਸਟ ਕੁਐਸਚਨ ਹੈ, ਸਵਰਨ ਸਿੰਘ ਸਮਿਤੀ ਨੇ ਕਿੰਨੇ ਮੂਲ ਕਰਤਵਾਂ ਦੀ ਸਿਫਾਰਿਸ਼ ਕੀਤੀ? ਆਪਸ਼ਨ ਏ ਹੈ 10, ਆਪਸ਼ਨ ਬੀ ਹੈ 8, ਆਪਸ਼ਨ ਸੀ ਹੈ 11, ਆਪਸ਼ਨ ਡੀ ਹੈ 9। ਇਹ ਆ ਰਿਹਾ ਮੋਸਟਲੀ ਸਭ ਦਾ ਆਨਸਰ। ਇਹ ਆਨਸਰ ਇਸ ਲਈ ਦੇ ਰਹੇ ਹੋ ਕਿ ਜਦੋਂ ਫੰਡਾਮੈਂਟਲ ਰਾਈਟ ਜੋੜੇ ਗਏ ਸੀ ਤਾਂ 10 ਜੋੜੇ ਗਏ ਸੀ। ਬਲਵੰਤ ਸਿੰਘ ਨੇ ਸੀ ਦਿੱਤਾ, ਰਿੰਕੂ ਬਾਲਾ ਦਾ 8 ਆਇਆ ਹੈ। ਸੋ ਇਸ ਦਾ ਰਾਈਟ ਆਨਸਰ ਆਪਸ਼ਨ 8 ਹੈ। ਸਵਰਨ ਸਿੰਘ ਕਮੇਟੀ ਨੇ 8 ਫੰਡਾਮੈਂਟਲ ਡਿਊਟੀਜ਼ ਦੀ ਸਿਫਾਰਿਸ਼ ਕੀਤੀ ਸੀ, ਲੇਕਿਨ ਸੰਵਿਧਾਨ ਦੇ ਵਿੱਚ ਕਿੰਨੇ ਜੋੜੇ ਗਏ? 10। ਉਸ ਤੋਂ ਬਾਅਦ 11ਵਾਂ ਐਡ ਕੀਤਾ ਗਿਆ 2002 ਦੇ ਵਿੱਚ, ਠੀਕ ਹੈ। ਕੁਝ ਇਹੋ ਜਿਹੀਆਂ ਸਿਫਾਰਿਸ਼ਾਂ ਵੀ ਸੀ ਜੋ ਸਵਰਨ ਸਿੰਘ ਸਮਿਤੀ ਨੇ ਕੀਤੀਆਂ ਸੀ, ਉਹ ਮੰਨੀਆਂ ਨਹੀਂ ਗਈਆਂ। ਉਹਨਾਂ ਵਿੱਚ ਕਿਹੜੀ ਇੱਕ ਸਿਫਾਰਿਸ਼ ਸੀ ਕਿ ਕਰ ਅਦਾ ਕਰਨ ਦੀ ਵੀ ਜੋ ਹੈ ਉਹਨੂੰ ਵੀ ਫੰਡਾਮੈਂਟਲ ਡਿਊਟੀ ਰੱਖਿਆ ਜਾਵੇ। ਇਸ ਤੋਂ ਇਲਾਵਾ ਇੱਕ ਹੋਰ ਸਿਫਾਰਿਸ਼ ਕੀਤੀ ਗਈ ਜੋ ਨਹੀਂ ਮੰਨੀ ਗਈ, ਉਹ ਇਹ ਸੀ ਕਿ ਜੇਕਰ ਕੋਈ ਬੰਦਾ ਫੰਡਾਮੈਂਟਲ ਡਿਊਟੀਜ਼ ਦੀ ਪਾਲਣਾ ਨਹੀਂ ਕਰਦਾ ਤੇ ਉਹਦੇ ਉੱਤੇ ਆਰਥਿਕ ਕਰ ਜੋ ਹੈ ਆਰਥਿਕ ਦੰਡ ਆਰੋਪਿਆ ਜਾਏ। ਉਹ ਸਿਫਾਰਿਸ਼ ਵੀ ਨਹੀਂ ਮੰਨੀ। ਨੈਕਸਟ ਕੁਐਸਚਨ ਹੈ, ਮੂਲ ਕਰਤਵ ਕਿੰਨਾ ਲੋਕਾਂ ਲਈ ਹਨ? ਆਪਸ਼ਨ ਏ ਹੈ ਭਾਰਤੀ ਲੋਕਾਂ ਲਈ, ਆਪਸ਼ਨ ਬੀ ਹੈ ਵਿਦੇਸ਼ੀ ਲੋਕਾਂ ਲਈ, ਆਪਸ਼ਨ ਸੀ ਹੈ ਦੋਨੋਂ ਏ ਅਤੇ ਬੀ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਏ ਆ ਰਿਹਾ, ਸੀ ਆ ਰਿਹਾ ਪ੍ਰੀਤੀ ਬਾਵਾ ਦਾ, ਬਲਵੰਤ ਦਾ ਵੀ ਏ ਆਇਆ, ਮੋਸਟਲੀ ਸਭ ਦਾ ਏ ਹੀ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਏ ਹੈ। ਜੋ ਫੰਡਾਮੈਂਟਲ ਡਿਊਟੀਜ਼ ਨੇ ਉਹ ਸਿਰਫ ਭਾਰਤੀ ਲੋਕਾਂ ਲਈ ਨੇ। ਇਸ ਤੋਂ ਇਲਾਵਾ ਅਗਰ ਆਪਾਂ ਫੰਡਾਮੈਂਟਲ ਰਾਈਟ ਦੀ ਗੱਲ ਕਰੀਏ ਤਾਂ ਫੰਡਾਮੈਂਟਲ ਰਾਈਟ ਵਿੱਚੋਂ ਕੁਝ ਰਾਈਟ ਇਹੋ ਜਿਹੇ ਨੇ ਜੋ ਵਿਦੇਸ਼ੀ ਲੋਕਾਂ ਲਈ ਵੀ ਹਨ, ਵਿਦੇਸ਼ੀ ਔਰ ਭਾਰਤੀਆਂ ਲਈ ਹਨ, ਲੇਕਿਨ ਫੰਡਾਮੈਂਟਲ ਡਿਊਟੀਜ਼ ਜੋ ਨੇ ਉਹ ਸਿਰਫ ਇੰਡੀਅਨ ਸਿਟੀਜ਼ਨਸ਼ਿਪ ਲਈ ਨੇ, ਜੋ ਇੰਡੀਅਨ ਸਿਟੀਜ਼ਨ ਨੇ ਉਹਨਾਂ ਲਈ ਨੇ। ਨੈਕਸਟ ਕੁਐਸਚਨ ਹੈ, ਮੂਲ ਕਰਤਵ ਕਿਸ ਪ੍ਰਕਾਰ ਦੇ ਹਨ? ਆਪਸ਼ਨ ਏ ਹੈ ਨੈਤਿਕ ਮਤਲਬ ਮੋਰਲ, ਆਪਸ਼ਨ ਬੀ ਹੈ ਨਾਗਰਿਕ ਮਤਲਬ ਸਿਵਲ, ਆਪਸ਼ਨ ਸੀ ਹੈ ਦੋਨੋਂ ਏ ਅਤੇ ਬੀ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਓਨਲੀ ਇੰਡੀਅਨ ਪੀਪਲ। ਸਰ ਡਿਊਟੀਜ਼ ਤਾਂ ਸਭ ਦੇ ਲਈ ਨਹੀਂ ਹੋਣਗੀਆਂ, ਡਿਊਟੀਜ਼ ਸਭ ਲਈ ਨਹੀਂ ਹੋਣਗੀਆਂ, ਸਿਰਫ ਭਾਰਤੀ ਲੋਕਾਂ ਲਈ ਨੇ। ਫੰਡਾਮੈਂਟਲ ਰਾਈਟ ਵਿੱਚੋਂ ਕੁਝ ਰਾਈਟ ਜੋ ਆ ਉਹ ਫੋਰਨ ਜੋ ਵਿਦੇਸ਼ਾਂ ਤੋਂ ਲੋਕ ਆਉਂਦੇ ਆ ਉਹਨਾਂ ਲਈ ਵੀ ਹੈਗੇ ਆ, ਲੇਕਿਨ ਫੰਡਾਮੈਂਟਲ ਡਿਊਟੀਜ਼ ਸਿਰਫ ਭਾਰਤੀਆਂ ਲਈ ਨੇ। 2 ਆਨਸਰ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ। ਮੂਲ ਕਰਤਵ ਜੋ ਨੇ ਉਹ ਨੈਤਿਕ ਵੀ ਨੇ ਔਰ ਨਾਗਰਿਕ ਵੀ ਨੇ। ਮੈਂ ਐਗਜ਼ਾਮਪਲ ਦਿੰਦਾ ਕਿਹੜਾ ਜੋ ਫੰਡਾਮੈਂਟਲ ਡਿਊਟੀਜ਼ ਹੈ ਉਹ ਨੈਤਿਕ ਹੈ ਔਰ ਕਿਹੜਾ ਨਾਗਰਿਕ ਹੈ। ਸਭ ਤੋਂ ਪਹਿਲਾਂ ਨੈਤਿਕ ਫਰਜ਼ ਜੋ ਹੈ, ਜਿਵੇਂ ਇੱਕ ਫੰਡਾਮੈਂਟਲ ਡਿਊਟੀ ਵਿੱਚ ਕਿਹਾ ਗਿਆ ਸੁਤੰਤਰਤਾ ਸੰਗਰਾਮ ਦੇ ਆਦਰਸ਼ਾਂ ਦਾ ਸਨਮਾਨ ਕਰਨਾ, ਉਹ ਇੱਕ ਆਪਣਾ ਮੋਰਲ ਡਿਊਟੀ ਹੈ, ਠੀਕ ਹੈ। ਨਾਗਰਿਕ ਡਿਊਟੀ ਦੇ ਵਿੱਚ ਕੀ ਹੈ? ਜੋ ਆਪਣਾ ਰਾਸ਼ਟਰੀ ਫਲੈਗ ਹੈ ਔਰ ਰਾਸ਼ਟਰੀ ਗੀਤ ਹੈ ਉਸ ਦਾ ਆਦਰ ਕਰਨਾ, ਇਹ ਆਪਣਾ ਨਾਗਰਿਕ ਫਰਜ਼ ਹੈ। ਸੋ ਇਹ 2 ਟਾਈਪਸ ਨੇ ਫੰਡਾਮੈਂਟਲ ਡਿਊਟੀਜ਼ ਦੀਆਂ। ਨੈਕਸਟ ਕੁਐਸਚਨ ਹੈ, ਮੂਲ ਕਰਤਵਾਂ ਦੀ ਪ੍ਰਕਿਰਤੀ ਹੈ? ਆਪਸ਼ਨ ਏ ਹੈ ਨਿਆਇਕ, ਆਪਸ਼ਨ ਬੀ ਹੈ ਗੈਰ ਨਿਆਇਕ, ਆਪਸ਼ਨ ਸੀ ਹੈ ਦੋਨੋਂ ਏ ਅਤੇ ਬੀ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਇਹ ਆ ਰਿਹਾ ਮੋਸਟਲੀ ਆਨਸਰ, ਰਕਸ਼ਿਤ ਦਾ ਬੀ ਆਇਆ, ਬਾਕੀ ਸਭ ਦਾ ਏ ਹੀ ਆ ਰਿਹਾ, ਮਨੀ ਦਾ ਵੀ ਬੀ ਆਇਆ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ। ਮੂਲ ਕਰਤਵਾਂ ਦੀ ਪ੍ਰਕਿਰਤੀ ਜੋ ਹੈ ਉਹ ਗੈਰ ਨਿਆਇਕ ਹੈ, ਕਿਉਂਕਿ ਅਗਰ ਇਹਨਾਂ ਦੀ ਕੋਈ ਪਾਲਣਾ ਨਹੀਂ ਕਰ ਸਕਦਾ ਤੇ ਇਹਨਾਂ ਨੂੰ ਅਦਾਲਤ ਲਾਗੂ ਨਹੀਂ ਕਰਵਾ ਸਕਦੀ। ਲਾਈਕ DPSP ਤਰ੍ਹਾਂ ਰਾਜ ਦੇ ਨੀਤੀ ਨਿਰਦੇਸ਼ਕ ਤੱਤ ਵੀ ਜੋ ਨੇ ਉਹ ਵੀ ਗੈਰ ਨਿਆਇਕ ਪ੍ਰਕਿਰਤੀ ਦੇ ਨੇ।
ਲੇਕਿਨ ਜੋ ਫੰਡਾਮੈਂਟਲ ਆਪਣੇ ਰਾਈਟ ਨੇ ਉਹ ਨਿਆਇਕ ਪ੍ਰਕਿਰਤੀ ਦੇ ਨੇ। ਅਗਰ ਆਪਣੇ ਕਿਸੇ ਵੀ ਫੰਡਾਮੈਂਟਲ ਰਾਈਟ ਦਾ ਵੋਇਲੇਸ਼ਨ ਹੋ ਰਿਹਾ ਤਾਂ ਆਪਾਂ ਸੁਪਰੀਮ ਕੋਰਟ ਔਰ ਹਾਈ ਕੋਰਟ ਦੇ ਵਿੱਚ ਜਾ ਸਕਦੇ ਹਾਂ। ਲੇਕਿਨ ਅਗਰ ਫੰਡਾਮੈਂਟਲ ਡਿਊਟੀ ਔਰ ਡੀਪੀਐਸਪੀ ਦਾ ਕੋਈ ਉਲੰਘਣ ਹੋ ਰਿਹਾ ਤਾਂ ਇਹਨਾਂ ਨੂੰ ਲੈ ਕੇ ਆਪਾਂ ਅਦਾਲਤ ਵਿੱਚ ਨਹੀਂ ਜਾ ਸਕਦੇ, ਕਿਉਂਕਿ ਅਦਾਲਤ ਇਹਨਾਂ ਨੂੰ ਲਾਗੂ ਨਹੀਂ ਕਰਵਾ ਸਕਦੀ। ਓਕੇ, ਸੋ ਫੰਡਾਮੈਂਟਲ ਡਿਊਟੀਜ਼ ਨੂੰ ਲੈ ਕੇ ਇੰਨੇ ਹੀ ਕੁਐਸਚਨ ਸੀ। ਅਗਰ ਕਿਸੇ ਨੂੰ ਫੰਡਾਮੈਂਟਲ ਡਿਊਟੀਜ਼ ਦੇ ਵਿੱਚ ਕੋਈ ਡਾਊਟ ਹੈ ਤਾਂ ਹੈਂਡ ਰੇਜ਼ ਕਰ ਲਿਓ। ਸਿਰਫ ਫੰਡਾਮੈਂਟਲ ਡਿਊਟੀਜ਼ ਦੇ ਉੱਪਰ ਹੀ ਡਾਊਟ ਲਾਂਗਾ, ਹੋਰ ਕੋਈ ਨਹੀਂ ਡਾਊਟ ਹੋਏਗਾ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸੈਂਟਰ ਕੌਂਸਲ ਆਫ ਮਿਨਿਸਟਰ ਔਰ ਸਟੇਟ ਕੌਂਸਲ ਆਫ ਮਿਨਿਸਟਰ ਦੇ ਬਾਰੇ, ਮਤਲਬ ਕੇਂਦਰੀ ਮੰਤਰੀ ਪਰਿਸ਼ਦ ਔਰ ਰਾਜ ਮੰਤਰੀ ਪਰਿਸ਼ਦ ਬਾਰੇ। ਹੈਂਡ ਰੇਜ਼ ਕਰ ਲਓ ਅਗਰ ਕਿਸੇ ਦਾ ਕੋਈ ਡਾਊਟ ਹੈ ਤਾਂ, ਅਦਰਵਾਈਜ਼ ਸਟਾਰਟ ਕਰਦੇ ਹਾਂ। ਹਾਂਜੀ, ਮਨਦੀਪ ਸਿੰਘ ਫਰੋਮ ਲੁਧਿਆਣਾ। ਸਿਰਫ ਫੰਡਾਮੈਂਟਲ ਡਿਊਟੀਜ਼ ਦੇ ਉੱਪਰ ਹੀ ਡਾਊਟ ਹੋਏ, ਅਦਰਵਾਈਜ਼ ਕੋਈ ਹੋਰ ਹੋਏਗਾ ਤਾਂ ਨਹੀਂ ਲਿਆ ਜਾਏਗਾ, ਕਿਉਂਕਿ ਟਾਈਮ ਬਹੁਤ ਘੱਟ ਹੈ ਅੱਜ, ਵੈਸੇ ਵੀ ਟਾਈਮ ਕਾਫੀ ਵੇਸਟ ਹੋ ਚੁੱਕਿਆ। ਹਾਂਜੀ ਸਰ, ਜਿਹੜਾ ਪਹਿਲਾ ਕੁਐਸਚਨ ਸੀਗਾ ਭਾਗ 4A ਦੇ ਵਿੱਚ ਹਾਂਜੀ ਫੰਡਾਮੈਂਟਲ ਡਿਊਟੀਜ਼ ਹੁੰਦੀਆਂ ਨੇ ਕਿ ਭਾਗ 4A ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਹੁੰਦੀਆਂ, ਕਿਉਂਕਿ ਇਹਨਾਂ ਨੂੰ ਡੀਪੀਐਸਪੀ ਤੋਂ ਬਾਅਦ ਜੋੜਿਆ ਗਿਆ ਸੀ। ਹਾਲਾਂਕਿ ਲੋਕਾਂ ਦਾ ਮੰਨਣਾ ਸੀ ਕਿ ਇਸ ਨੂੰ ਫੰਡਾਮੈਂਟਲ ਰਾਈਟ ਤੋਂ ਬਾਅਦ ਜੋੜਿਆ ਜਾਣਾ ਚਾਹੀਦਾ ਸੀ, ਲੇਕਿਨ ਇਸ ਨੂੰ ਡੀਪੀਐਸਪੀ ਤੋਂ ਬਾਅਦ ਜੋੜਿਆ ਗਿਆ, ਮਤਲਬ ਰਾਜ ਦੇ ਜੋ ਨੀਤੀ ਨਿਰਦੇਸ਼ਕ ਤੱਤ ਨੇ ਉਹਨਾਂ ਤੋਂ ਬਾਅਦ ਜੋੜਿਆ ਗਿਆ। ਔਰ ਰਾਜ ਦੇ ਨੀਤੀ ਨਿਰਦੇਸ਼ਕ ਤੱਤ ਭਾਗ 4 ਦੇ ਵਿੱਚ ਨੇ, ਔਰ ਭਾਗ 4 ਦੇ ਵਿੱਚ ਮਤਲਬ A ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਨੇ। ਫੰਡਾਮੈਂਟਲ ਰਾਈਟ ਭਾਗ 2 ਦੇ ਵਿੱਚ ਸਿਟੀਜ਼ਨਸ਼ਿਪ, ਭਾਗ 5 ਦੇ ਵਿੱਚ ਸੰਘ ਦੀ ਕਾਰਜਪਾਲਿਕਾ, ਭਾਗ 6 ਦੇ ਵਿੱਚ ਰਾਜ ਦੀ ਕਾਰਜਪਾਲਿਕਾ, ਇਹ ਸਭ ਚੀਜ਼ਾਂ ਆਣਗੀਆਂ। ਹਾਂਜੀ, ਕਿਸੇ ਹੋਰ ਦਾ ਕੋਈ ਡਾਊਟ ਹੈ? ਅਦਰਵਾਈਜ਼ ਸਟਾਰਟ ਕਰਦੇ ਹਾਂ। ਇਹ ਮੀਟਿੰਗ ਜੋ ਹੈ 9:40 ਤੇ ਕਲੋਜ਼ ਹੋ ਜਾਏਗੀ। ਉਸ ਤੋਂ ਬਾਅਦ ਕਿਉਂਕਿ ਇਹ ਮੀਟਿੰਗ ਦੇ ਵਿੱਚ ਪੂਰਾ ਕਲੀਅਰ ਨਹੀਂ ਹੋਏਗਾ ਟੌਪਿਕ ਜੋ ਹੈ, ਉਸ ਤੋਂ ਬਾਅਦ ਇੱਕ ਨਿਊ ਲਿੰਕ ਸ਼ੇਅਰ ਕੀਤਾ ਜਾਏਗਾ। ਅਗਰ ਜੁਆਇਨ ਕਰਨਾ ਚਾਹੋ ਤਾਂ ਕਰ ਸਕਦੇ ਹੋ। ਹਾਂਜੀ ਪ੍ਰੀਤੀ ਬਾਵਾ। ਪਾਰਲੀਮੈਂਟ ਵੀ ਭਾਗ 5ਵੇਂ ਦੇ ਵਿੱਚ ਆ। ਆਰਟੀਕਲ 79 ਤੋਂ ਲੈ ਕੇ ਆਰਟੀਕਲ 127 ਦੇ ਤੱਕ, ਸ਼ਾਇਦ ਆਈ ਥਿੰਕ 127 ਤੱਕ ਮੇ ਵੀ 79 ਤੋਂ ਲੈ ਕੇ। ਹਾਂਜੀ, ਕਿਸੇ ਹੋਰ ਦਾ ਕੋਈ ਡਾਊਟ ਹੈ? ਅਦਰਵਾਈਜ਼ ਸਟਾਰਟ ਕਰੀਏ। CCM ਔਰ SCM, ਚਲੋ ਮਾਈਕ ਸਾਹਿਬ ਦੇ ਮਿਊਟ ਨੇ। ਸੋ ਸੈਕਿੰਡ ਟੌਪਿਕ ਜੋ ਹੈ ਸੈਂਟਰ ਕੌਂਸਲ ਆਫ ਮਿਨਿਸਟਰ ਔਰ ਸਟੇਟ ਕੌਂਸਲ ਆਫ ਮਿਨਿਸਟਰ, ਇਹਨਾਂ ਦੀ ਮੈਂ ਟਰਾਂਸਲੇਸ਼ਨ ਪਹਿਲਾਂ ਹੀ ਇਸ ਲਈ ਦੱਸ ਰਿਹਾ ਕਿਉਂਕਿ ਅੱਗੋਂ ਜਦੋਂ ਕੁਐਸਚਨ ਆਣਗੇ ਉਹਨਾਂ ਵਿੱਚ ਟਰਾਂਸਲੇਸ਼ਨ ਨਹੀਂ ਹੋਏਗੀ। ਸੈਂਟਰ ਕੌਂਸਲ ਆਫ ਮਿਨਿਸਟਰ ਨੂੰ ਕੇਂਦਰੀ ਮੰਤਰੀ ਪਰਿਸ਼ਦ ਕਿਹਾ ਜਾਂਦਾ ਹੈ, ਔਰ ਸਟੇਟ ਕੌਂਸਲ ਆਫ ਮਿਨਿਸਟਰ ਨੂੰ ਰਾਜ ਮੰਤਰੀ ਪਰਿਸ਼ਦ ਕਹਿੰਦੇ ਆ। ਛੋੜ ਦੇ ਵਿੱਚ ਇਹਨਾਂ ਨੂੰ ਕਿਹਾ ਜਾਂਦਾ ਹੈ CCM ਔਰ ਸਟੇਟ CM SCM। ਇਹਦਾ ਫਰਸਟ ਕੁਐਸਚਨ ਹੈ ਕੇਂਦਰੀ ਮੰਤਰੀ ਪਰਿਸ਼ਦ ਦੀ ਅਗਵਾਈ ਕੌਣ ਕਰਦਾ ਹੈ? ਆਪਸ਼ਨ A ਹੈ ਰਾਸ਼ਟਰਪਤੀ, ਆਪਸ਼ਨ B ਹੈ ਪ੍ਰਧਾਨ ਮੰਤਰੀ, ਆਪਸ਼ਨ C ਹੈ ਮੁੱਖ ਮੰਤਰੀ, ਆਪਸ਼ਨ D ਹੈ ਗ੍ਰਹਿ ਮੰਤਰੀ। A ਆ ਰਿਹਾ ਔਰ PM ਆ ਰਿਹਾ, B ਔਰ A ਆ ਰਿਹਾ ਮੋਸਟਲੀ ਆਨਸਰ। ਕੋਈ ਇੱਕ ਕਾਮਨ ਆਨਸਰ ਨਹੀਂ ਆ ਰਿਹਾ, B ਔਰ A ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਕੇਂਦਰੀ ਮੰਤਰੀ ਪਰਿਸ਼ਦ ਦੀ ਅਗਵਾਈ ਜੋ ਕਰਦਾ ਉਹ ਪ੍ਰਧਾਨ ਮੰਤਰੀ ਕਰਦਾ। ਇਸ ਦਾ ਰਾਈਟ ਆਨਸਰ ਆਪਸ਼ਨ B ਹੈ। ਨੈਕਸਟ ਕੁਐਸਚਨ ਹੈ ਕਿਹੜਾ ਅਨੁਛੇਦ, ਅਨੁਛੇਦ ਮਤਲਬ ਆਰਟੀਕਲ, ਕੇਂਦਰੀ ਮੰਤਰੀ ਪਰਿਸ਼ਦ ਨਾਲ ਸੰਬੰਧਿਤ ਹੈ? ਆਪਸ਼ਨ A ਹੈ ਆਰਟੀਕਲ 123, ਆਪਸ਼ਨ B ਹੈ ਆਰਟੀਕਲ 74, ਆਪਸ਼ਨ C ਹੈ ਆਰਟੀਕਲ 76, ਆਪਸ਼ਨ D ਹੈ ਆਰਟੀਕਲ 110 ਮਤਲਬ 110। C ਔਰ A ਆ ਰਿਹਾ ਮੋਸਟਲੀ। ਆਰਟੀਕਲ 74 ਅਮਰਜੀਤ ਸਿੰਘ ਦਾ ਆਇਆ ਔਰ ਬਾਕੀ ਸਭ ਦਾ B ਔਰ C ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ B। ਆਰਟੀਕਲ 74 ਜੋ ਹੈ ਉਹ ਕੇਂਦਰੀ ਮੰਤਰੀ ਪਰਿਸ਼ਦ ਨਾਲ ਸੰਬੰਧਿਤ ਹੈ। ਆਰਟੀਕਲ 123 ਜੋ ਹੈ 123 ਜੋ ਹੈ ਉਹ ਆਰਡੀਨੈਂਸ ਜਾਰੀ ਕਰਨ ਨਾਲ ਸੰਬੰਧਿਤ ਹੈ। ਆਰਟੀਕਲ 76 ਜੋ ਹੈ ਉਹ ਅਟਾਰਨੀ ਜਨਰਲ ਨਾਲ ਸੰਬੰਧਿਤ ਹੈ ਔਰ ਆਰਟੀਕਲ 110 ਜੋ ਹੈ ਉਹ ਮਨੀ ਬਿੱਲ ਨਾਲ ਸੰਬੰਧਿਤ ਹੈ। ਠੀਕ ਹੈ, ਮਤਲਬ ਧਨ ਬਿੱਲ ਨਾਲ ਸੰਬੰਧਿਤ ਹੈ। ਨੈਕਸਟ ਕੁਐਸਚਨ ਹੈ ਕਿਹੜਾ ਅਨੁਛੇਦ ਰਾਜ ਮੰਤਰੀ ਪਰਿਸ਼ਦ ਨਾਲ ਸੰਬੰਧਿਤ ਹੈ? ਆਪਸ਼ਨ A ਹੈ
आर्टिकल 200, ऑप्शन बी है आर्टिकल 163, ऑप्शन सी है आर्टिकल 161, ऑप्शन डी है आर्टिकल 160। ਪਹਿਲਾਂ ਆਪਾਂ ਸੈਂਟਰ ਜੋ ਸੀ ਮਿਨਿਸਟਰੀ ਸੀ ਉਹਦੀ ਬਾਰੇ ਗੱਲ ਕੀਤੀ ਆ, ਹੁਣ ਆਪਾਂ ਰਾਜ ਮਿਨਿਸਟਰੀ ਬਾਰੇ। 163 ਆ ਰਿਹਾ, ਸੋ ਇਜ਼ ਦਾ ਰਾਈਟ ਆਨਸਰ ਆਪਸ਼ਨ ਬੀ। 163 ਜੋ ਹੈ ਆਰਟੀਕਲ ਉਹ ਰਾਜ ਮੰਤਰੀ ਪਰਿਸ਼ਦ ਨਾਲ ਸੰਬੰਧਿਤ ਹੈ। ਓਕੇ, ਨੈਕਸਟ ਕੁਐਸਚਨ ਹੈ, ਮੰਤਰੀਆਂ ਦੁਆਰਾ ਦਿੱਤੀ ਰਾਸ਼ਟਰਪਤੀ ਔਰ ਰਾਜਪਾਲ, ਕੇਂਦਰ ਦੇ ਮੰਤਰੀ ਜੋ ਆ ਰਾਸ਼ਟਰਪਤੀ ਨੂੰ ਸਲਾਹ ਦੇਣਗੇ ਔਰ ਰਾਜ ਦੇ ਮੰਤਰੀ ਜੋ ਆ ਉਹ ਰਾਜਪਾਲ ਨੂੰ ਸਲਾਹ ਦੇਣਗੇ। ਉਹਨਾਂ ਦੁਆਰਾ ਸਲਾਹ ਦੀ ਜਾਂਚ ਕੌਣ ਕਰ ਸਕਦਾ ਹੈ? ਆਪਸ਼ਨ ਏ ਹੈ ਸੁਪਰੀਮ ਕੋਰਟ, ਆਪਸ਼ਨ ਬੀ ਹੈ ਹਾਈ ਕੋਰਟ, ਆਪਸ਼ਨ ਸੀ ਹੈ ਇਲੈਕਸ਼ਨ ਕਮਿਸ਼ਨ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਅਗਰ ਮੰਤਰੀ ਕੋਈ ਵੀ ਸਲਾਹ ਰਾਸ਼ਟਰਪਤੀ ਔਰ ਰਾਜਪਾਲ ਨੂੰ ਦੇ ਰਹੇ ਆ ਤਾਂ ਉਹਨਾਂ ਦੀ ਸਲਾਹ ਦੀ ਜਾਂਚ ਕੌਣ ਕਰ ਸਕਦਾ ਹੈ? ਏ ਸੁਪਰੀਮ ਕੋਰਟ ਆ ਰਿਹਾ, ਰਿੰਕਲ ਰਾਣੀ ਦਾ ਡੀ ਆਇਆ ਸੁਪਰੀਮ ਕੋਰਟ, ਬਾਕੀ ਸਭ ਦਾ ਸੁਪਰੀਮ ਕੋਰਟ ਹੀ ਆ ਰਿਹਾ। ਪ੍ਰੀਤੀ ਬਾਵਾ ਦਾ ਡੀ ਆਇਆ, ਸੰਦੀਪ ਸਿੰਘ ਦਾ ਵੀ ਡੀ, ਸੰਦੀਪ ਸਿੰਘ ਦਾ ਡੀ ਆਇਆ। ਸੋ ਇਜ਼ ਦਾ ਰਾਈਟ ਆਨਸਰ ਆਪਸ਼ਨ ਡੀ। ਮੰਤਰੀਆਂ ਦੁਆਰਾ ਰਾਸ਼ਟਰਪਤੀ ਔਰ ਰਾਜਪਾਲ ਨੂੰ ਸਲਾਹ ਦਿੱਤੀ ਜੋ ਜਾਂਦੀ ਹੈ ਉਹਦੀ ਜਾਂਚ ਕੋਈ ਵੀ ਨਹੀਂ ਕਰ ਸਕਦਾ। ਠੀਕ ਹੈ, ਨਾ ਹੀ ਸੁਪਰੀਮ ਕੋਰਟ, ਨਾ ਹੀ ਹਾਈ ਕੋਰਟ, ਨਾ ਹੀ ਇਲੈਕਸ਼ਨ ਕਮਿਸ਼ਨ, ਨਾ ਹੀ ਪਾਰਲੀਮੈਂਟ, ਮਤਲਬ ਕੋਈ ਵੀ ਨਹੀਂ ਤਾਂ ਕੋਈ ਵੀ ਨਹੀਂ ਕਰ ਸਕਦਾ। ਨੈਕਸਟ ਕੁਐਸਚਨ ਹੈ, ਕੇਂਦਰੀ ਰਾਜ ਮੰਤਰੀ ਪਰਿਸ਼ਦ ਦੀ ਕੁੱਲ ਸੰਖਿਆ ਲੋਕ ਸਭਾ ਜੋ ਹੈ ਉਹ ਕੇਂਦਰੀ ਲਈ ਹੈ ਔਰ ਰਾਜ ਸਭਾ ਜੋ ਹੈ ਉਹ ਵਿਧਾਨ ਸਭਾ, ਰਾਜ ਮੰਤਰੀ ਪਰਿਸ਼ਦ ਜੋ ਹੈ ਉਹਨਾਂ ਦੇ ਕਿੰਨੇ ਪਰਸੈਂਟ ਹੋ ਸਕਦੀ ਹੈ? ਆਪਸ਼ਨ ਏ ਹੈ 10%, ਆਪਸ਼ਨ ਬੀ ਹੈ 15%, ਆਪਸ਼ਨ ਸੀ ਹੈ 12%, ਆਪਸ਼ਨ ਡੀ ਹੈ 17%। ਸ਼ੋਰਟ ਦੇ ਵਿੱਚ ਕੁਐਸਚਨ ਨੂੰ ਰਿਪੀਟ ਕਰ ਰਿਹਾ, ਕੇਂਦਰੀ ਮੰਤਰੀ ਪਰਿਸ਼ਦ ਦੀ ਕੁੱਲ ਸੰਖਿਆ ਲੋਕ ਸਭਾ ਦੇ ਲਈ ਕਿੰਨੀ ਹੋ ਸਕਦੀ ਹੈ ਔਰ ਰਾਜ ਮੰਤਰੀ ਪਰਿਸ਼ਦ ਦੀ ਸੰਖਿਆ ਜੋ ਹੈ ਵਿਧਾਨ ਸਭਾ ਲਈ ਕਿੰਨੀ ਹੋ ਸਕਦੀ ਹੈ? 15 ਆ ਰਿਹਾ, ਸੰਦੀਪ ਸਿੰਘ ਦਾ 10 ਆਇਆ। ਸੋ ਇਜ਼ ਦਾ ਰਾਈਟ ਆਨਸਰ ਆਪਸ਼ਨ ਬੀ, 15% ਹੋ ਸਕਦੀ ਹੈ ਲੋਕ ਸਭਾ ਔਰ ਵਿਧਾਨ ਸਭਾ ਲਈ। ਅਗਰ ਕਿਸੇ ਨੂੰ ਇਹ ਪਤਾ ਹੈ ਕਿ ਇਹ ਕਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਦੇ ਥਰੂ ਜੋੜਿਆ ਗਿਆ ਕਿ 15% ਹੋਏ ਤਾਂ ਉਹਦਾ ਵੀ ਆਨਸਰ ਕਰ ਦਿਓ। ਕਿਸੇ ਨੂੰ ਪਤਾ ਹੈ ਕਿ ਕਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਦੇ ਥਰੂ ਇਹ 15% ਜੋ ਹੈ ਸੰਖਿਆ ਨਿਰਧਾਰਿਤ ਕੀਤੀ ਗਈ? ਐਨੀਵਨ? ਨਹੀਂ ਪਤਾ ਤਾਂ ਨੋ ਕਰ ਦੋ, ਫਿਰ ਮੈਂ ਹੀ ਦੱਸ ਦਿੰਦਾ ਆਨਸਰ। ਸੋ ਇਸ ਦਾ ਰਾਈਟ ਆਨਸਰ ਹੈ 91 ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਜੋ 2003 ਦੇ ਵਿੱਚ ਹੋਈ ਸੀ, ਉਹਦੇ ਵਿੱਚ ਇਹ ਜੋੜਿਆ ਗਿਆ ਕਿ 15% ਜੋ ਹੈ ਮੰਤਰੀ ਮੰਡਲ ਦੀ ਸੰਖਿਆ ਹੋਏਗੀ। ਕੁਐਸਚਨ ਹੈ, ਰਾਜ ਮੰਤਰੀ ਪਰਿਸ਼ਦ ਦੀ ਸੰਖਿਆ ਘੱਟ ਤੋਂ ਘੱਟ ਕਿੰਨੀ ਹੋਣੀ ਚਾਹੀਦੀ ਹੈ? ਵੱਧ ਤੋਂ ਵੱਧ ਤਾਂ 15% ਹੋਏਗੀ, ਘੱਟ ਤੋਂ ਘੱਟ ਕਿੰਨੀ ਹੋਣੀ ਚਾਹੀਦੀ ਹੈ? ਨੈਕਸਟ ਕੁਐਸਚਨ ਤੇ ਆ ਜਾਓ ਨਾ, ਡੀ ਆ ਰਿਹਾ। ਫਰਸਟ ਹੈ ਆਪਸ਼ਨ ਏ ਹੈ 10, ਆਪਸ਼ਨ ਬੀ ਹੈ 7, ਆਪਸ਼ਨ ਬੀ ਹੈ 12, ਆਪਸ਼ਨ ਡੀ ਹੈ 15। ਰਿੰਕੂ ਬਾਲਾ ਦਾ ਬੀ ਹੈ, ਮਨਦੀਪ ਸਿੰਘ ਦਾ ਡੀ ਆਨਸਰ ਆਇਆ। ਪਰਸੈਂਟ ਦੀ ਗੱਲ ਨਹੀਂ ਕਰ ਰਿਹਾ ਇੱਥੇ ਮੈਂ, ਸਿਰਫ ਨੰਬਰ ਦੀ ਗੱਲ ਹੋ ਰਹੀ ਹੈ ਕਿਉਂਕਿ ਪਰਸੈਂਟ ਅੱਗੇ ਨਹੀਂ ਲਿਖਿਆ ਹੋਇਆ ਨਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ, ਰਾਜ ਮੰਤਰੀ ਪਰਿਸ਼ਦ ਦੀ ਸੰਖਿਆ ਘੱਟੋ ਘੱਟ 12 ਹੋਣੀ ਚਾਹੀਦੀ ਹੈ। 12 ਤੋਂ ਘੱਟ ਮੰਤਰੀ ਨਹੀਂ ਹੋਣੇ ਚਾਹੀਦੇ, ਸੀਐਮ ਸਮੇਤ, ਮਤਲਬ ਚੀਫ ਮਿਨਿਸਟਰ ਸਮੇਤ 12 ਮੰਤਰੀ ਹੋਣੇ ਹੀ ਚਾਹੀਦੇ ਆ ਰਾਜ ਦੇ ਵਿੱਚ। ਨੈਕਸਟ ਕੁਐਸਚਨ ਹੈ, ਕੇਂਦਰੀ ਮੰਤਰੀ ਪਰਿਸ਼ਦ ਨੂੰ ਉਹਨਾਂ ਦੇ ਪਦ ਦੀ ਸਹੁੰ ਕੌਣ ਚੁਕਵਾਉਂਦਾ ਹੈ? ਆਪਸ਼ਨ ਏ ਹੈ ਰਾਜਪਾਲ, ਆਪਸ਼ਨ ਬੀ ਹੈ ਰਾਸ਼ਟਰਪਤੀ, ਆਪਸ਼ਨ ਸੀ ਹੈ ਚੀਫ ਜਸਟਿਸ ਆਫ ਇੰਡੀਆ, ਆਪਸ਼ਨ ਡੀ ਹੈ ਇਲੈਕਸ਼ਨ ਕਮਿਸ਼ਨ। ਪੰਜਾਬ ਦੇ ਤਾਂ 117 ਹੈ ਨਾ ਸੀਟਾਂ ਹੀ 117 ਹੈ, ਸੋ 15% ਫਿਲ ਹੋ ਜਾਣਗੀਆਂ। ਜਿੱਥੇ ਗੋਆ ਵਰਗੇ ਜੋ ਸਟੇਟ ਆ ਉੱਥੇ ਵਿਧਾਨ ਸਭਾ ਦੀਆਂ ਸੀਟਾਂ ਹੀ 30 ਆ, ਉੱਥੇ 15% ਕਿੰਨਾ ਹੋਏਗਾ? 7 ਹੀ ਹੋਏਗਾ। ਇਸ ਲਈ ਇਹੋ ਜਿਹੀਆਂ ਸਟੇਟਾਂ ਲਈ 12 ਰੱਖੇ ਗਏ ਆ ਮੰਤਰੀ ਕਿ 12 ਤੋਂ ਘੱਟ ਨਾ ਹੋਣ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ, ਕੇਂਦਰੀ ਮੰਤਰੀ ਪਰਿਸ਼ਦ ਨੂੰ ਉਹਨਾਂ ਦੇ ਪਦ ਦੀ ਸਹੁੰ ਜੋ ਹੈ ਰਾਸ਼ਟਰਪਤੀ ਚੁਕਾਉਂਦਾ ਹੈ।
ਨੈਕਸਟ ਕੁਐਸਚਨ ਨੂੰ ਧਿਆਨ ਨਾਲ ਰੀਡ ਕਰਿਓ ਕਿ ਕੋਈ ਬਿਨਾਂ ਚੁਣਾਵ ਲੜੇ ਅਤੇ ਰਾਜ ਸਭਾ ਦਾ ਮੈਂਬਰ ਨਹੀਂ ਹੋਣ ਤੇ ਮੰਤਰੀ ਬਣ ਸਕਦਾ ਹੈ। ਆਪਸ਼ਨ ਏ ਹੈ ਨਹੀਂ, ਆਪਸ਼ਨ ਬੀ ਹੈ ਹਾਂ, ਆਪਸ਼ਨ ਸੀ ਹੈ ਸੰਵਿਧਾਨ ਵਿੱਚ ਸੋਧ ਕਰਨ ਤੇ, ਆਪਸ਼ਨ ਡੀ ਹੈ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ। ਬੀ ਆ ਰਿਹਾ ਔਰ ਯੈਸ ਆ ਰਿਹਾ। ਰਜਿੰਦਰ ਸਿੰਘ ਦਾ ਸੀ ਆਇਆ। ਸੋ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਬੀ। ਕੋਈ ਵੀ ਵਿਅਕਤੀ ਬਿਨਾਂ ਇਲੈਕਸ਼ਨ ਲੜੇ ਔਰ ਰਾਜ ਸਭਾ ਦਾ ਮੈਂਬਰ ਨਾ ਹੋਣ ਤੇ ਵੀ ਮੰਤਰੀ ਜੋ ਹੈ ਬਣ ਸਕਦਾ ਹੈ। ਕਿੰਨੇ ਸਮੇਂ ਲਈ? ਸਿਰਫ 6 ਮਹੀਨੇ ਦੇ ਲਈ, 6 ਮੰਥ ਦੇ ਲਈ। ਉਸ 6 ਮਹੀਨੇ ਦੇ ਵਿੱਚ ਉਹਨੂੰ ਉਹ ਕਿਸੇ ਵੀ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਬਣਨਾ ਪਏਗਾ। ਅਗਰ ਉਹ ਪਾਰਲੀਮੈਂਟ ਦੇ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਬਣਦਾ ਤਾਂ ਉਸ ਦਾ ਜੋ ਹੈ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਪਏਗਾ ਉਸਨੂੰ। ਨੈਕਸਟ ਕੁਐਸਚਨ ਹੈ, ਮੰਤਰੀ ਪਰਿਸ਼ਦ ਦੁਆਰਾ ਦਿੱਤੀ ਸਲਾਹ ਰਾਸ਼ਟਰਪਤੀ ਔਰ ਰਾਜਪਾਲ ਲਈ ਮੰਨੀ ਜਾਣੀ ਜ਼ਰੂਰੀ ਹੈ। ਆਪਸ਼ਨ ਏ ਹੈ ਹਮੇਸ਼ਾ, ਆਪਸ਼ਨ ਬੀ ਹੈ ਉਹ ਪੁਨਰ ਵਿਚਾਰ ਲਈ ਭੇਜ ਸਕਦਾ ਹੈ, ਆਪਸ਼ਨ ਸੀ ਹੈ ਜ਼ਰੂਰੀ ਨਹੀਂ ਕਿ ਰਾਸ਼ਟਰਪਤੀ ਔਰ ਰਾਜਪਾਲ ਮੰਨੇ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਰਾਸ਼ਟਰਪਤੀ ਟਰਮ ਆ ਰਹੀ ਹੈ ਤਾਂ ਸੈਂਟਰ ਲਈ ਆ ਰਹੀ ਹੈ ਔਰ ਰਾਜਪਾਲ ਟਰਮ ਆ ਰਹੀ ਹੈ ਤਾਂ ਸਟੇਟ ਲਈ ਆ ਰਹੀ ਹੈ। ਕਿਉਂਕਿ ਇਹ ਦੋਵੇਂ ਟੌਪਿਕ ਕੋਰਿਲੇਟ ਕਰਦੇ ਆ, ਇਸ ਲਈ ਮੈਂ ਜੋ ਹੈ ਨਾਲ ਨਾਲ ਪੜ੍ਹਾ ਰਿਹਾ ਤੁਹਾਨੂੰ। ਏ ਆ ਰਿਹਾ ਔਰ ਸੀ ਆ ਰਿਹਾ, ਬੀ ਔਰ ਸੀ ਦੋਨੋਂ। ਸੋ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਬੀ, ਉਹ ਪੁਨਰ ਵਿਚਾਰ ਲਈ ਭੇਜ ਸਕਦਾ ਹੈ। ਠੀਕ ਹੈ। 42ਵੀਂ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਜੋ ਹੋਈ 1976 ਦੇ ਵਿੱਚ, ਉਹਦੇ ਵਿੱਚ ਕੀ ਕੀਤਾ ਗਿਆ? ਇੱਕ ਉਪਬੰਧ ਲਾਗੂ ਕੀਤਾ ਗਿਆ ਕਿ ਰਾਸ਼ਟਰਪਤੀ ਨੂੰ ਜੋ ਸਲਾਹ ਮੰਤਰੀ ਪਰਿਸ਼ਦ ਦੇਗੀ ਉਹ ਉਹਦੇ ਲਈ ਮੰਨਣੀ ਜ਼ਰੂਰੀ ਹੋਏਗੀ। ਲੇਕਿਨ 44 ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ 1978 ਦੇ ਵਿੱਚ ਜੋ ਹੋਈ, ਉਹਦੇ ਵਿੱਚ ਕੀ ਕੀਤਾ ਗਿਆ ਕਿ ਰਾਸ਼ਟਰਪਤੀ ਜੋ ਮੰਤਰੀ ਪਰਿਸ਼ਦ ਸਲਾਹ ਦੇ ਰਿਹਾ ਉਸ ਨੂੰ ਇੱਕ ਵਾਰੀ ਪੁਨਰ ਵਿਚਾਰ ਲਈ ਭੇਜ ਸਕਦਾ ਹੈ, ਲੇਕਿਨ ਫਿਰ ਤੋਂ ਪੁਨਰ ਵਿਚਾਰ ਕਰਕੇ ਭੇਜੀ ਗਈ ਸਲਾਹ ਨੂੰ ਰਾਸ਼ਟਰਪਤੀ ਲਈ ਮੰਨਣਾ ਜ਼ਰੂਰੀ ਹੋਏਗਾ। ਨੈਕਸਟ ਕੁਐਸਚਨ ਹੈ, ਮੰਤਰੀ ਪਰਿਸ਼ਦ ਵਿੱਚ ਕਿੰਨੇ ਪ੍ਰਕਾਰ ਮੰਤਰੀ ਪਰਿਸ਼ਦ ਵਿੱਚ ਕਿੰਨੇ ਪ੍ਰਕਾਰ ਦੇ ਮੰਤਰੀ ਹੁੰਦੇ ਹਨ? ਆਪਸ਼ਨ ਏ ਹੈ 4, ਆਪਸ਼ਨ ਬੀ ਹੈ 3, ਆਪਸ਼ਨ ਸੀ ਹੈ 2, ਆਪਸ਼ਨ ਡੀ ਹੈ 5। 2 ਆ ਰਿਹਾ, ਇਹ ਆ ਰਿਹਾ ਪ੍ਰੈਜ਼ੀਡੈਂਟ ਆਪਣੀ ਪਾਕਟ ਵਿੱਚ ਵੀ ਤਾਂ ਰੱਖ ਸਕਦਾ ਹੈ, ਲੈਂਦਾ। ਬਿੱਲ ਦੀ ਗੱਲ ਨਹੀਂ ਨਾ ਕਰ ਰਿਹਾ ਰਿੰਕਲ ਰਾਣੀ, ਮੈਂ ਸਲਾਹ ਦੀ ਗੱਲ ਕਰ ਰਿਹਾ। ਬਿੱਲ ਤਾਂ ਸੰਸਦ ਪਾਸ ਕਰੇਗੀ, ਮੰਤਰੀ ਪਰਿਸ਼ਦ ਬਿੱਲ ਪਾਸ ਕਿਵੇਂ ਕਰ ਲੇਗੀ? ਮੰਤਰੀ ਪਰਿਸ਼ਦ ਦੇ ਕਹਿਣ ਤੇ ਆਰਡੀਨੈਂਸ ਹੀ ਪਾਸ ਹੁੰਦਾ, ਉਹ ਵੀ ਰਾਸ਼ਟਰਪਤੀ ਦੇ ਦੁਆਰਾ। ਸੋ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਬੀ। ਮੰਤਰੀ ਪਰਿਸ਼ਦ ਵਿੱਚ 3 ਤਰ੍ਹਾਂ ਦੇ ਮੰਤਰੀ ਹੁੰਦੇ ਆ। ਫਸਟ ਹੈ ਕੈਬਨਿਟ ਮੰਤਰੀ, ਦੂਸਰਾ ਹੈ ਰਾਜ ਮੰਤਰੀ, ਤੀਸਰਾ ਹੈ ਉਪ ਮੰਤਰੀ। ਨੈਕਸਟ ਕੁਐਸਚਨ ਹੈ, ਰਾਜ ਸਰਕਾਰ ਵੰਡੀ ਜਾਂਦੀ ਹੈ। ਆਪਸ਼ਨ ਏ ਹੈ ਮੰਤਰਾਲੇ ਵਿੱਚ, ਆਪਸ਼ਨ ਬੀ ਹੈ ਵਿਭਾਗ ਵਿੱਚ, ਆਪਸ਼ਨ ਸੀ ਹੈ ਦੋਨੋਂ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਜੋ ਸਟੇਟ ਗਵਰਨਮੈਂਟ ਹੈ ਉਹ ਕਿੰਨਾ ਵਿੱਚ ਵੰਡੀ ਜਾਂਦੀ ਹੈ? ਏ ਆ ਰਿਹਾ, ਸੀ ਆ ਰਿਹਾ, ਦੋਨੋਂ ਹੀ ਆ ਰਿਹਾ। ਸੋ ਇਸ ਦਾ ਰਾਈਟ ਆਂਸਰ ਕਿਸੇ ਨੇ ਸਹੀ ਨਹੀਂ ਦਿੱਤਾ। ਇਸ ਦਾ ਰਾਈਟ ਆਂਸਰ ਹੈ ਆਪਸ਼ਨ ਬੀ। ਰਾਜ ਸਰਕਾਰ ਵਿਭਾਗਾਂ ਵਿੱਚ ਵੰਡੀ ਜਾਂਦੀ ਹੈ, ਨਾ ਕਿ ਮੰਤਰਾਲਿਆਂ ਦੇ ਵਿੱਚ। ਅਗਰ ਤੁਸੀਂ ਦੇਖਦੇ ਹੋ ਨਾ ਕਿ ਪੰਜਾਬ ਦੇ ਵਿੱਚ ਜੋ ਸਟੇਟ ਗਵਰਨਮੈਂਟ ਵਿੱਚ ਸਰਕਾਰ ਨੇ ਵੰਡ ਕੀਤੀ ਹੈ, ਉਹਨਾਂ ਨੂੰ ਆਪਾਂ ਕਹਿੰਦੇ ਆ ਗ੍ਰਹਿ ਵਿਭਾਗ, ਵਿੱਤ ਵਿਭਾਗ, ਨਾ ਕਿ ਮੰਤਰਾਲੇ। ਮੰਤਰਾਲੇ ਜੋ ਸ਼ਬਦ ਯੂਜ਼ ਹੁੰਦਾ ਹੈ ਉਹ ਸੈਂਟਰ ਦੇ ਲਈ ਯੂਜ਼ ਹੁੰਦਾ ਹੈ। ਸੈਂਟਰ ਦੇ ਵਿੱਚ ਗ੍ਰਹਿ ਮੰਤਰਾਲੇ, ਰੱਖਿਆ ਮੰਤਰਾਲੇ, ਵਿੱਤ ਮੰਤਰਾਲੇ, ਐਵੇਂ ਦੇ ਮੰਤਰਾਲੇ ਜੋ ਹੁੰਦੇ ਆ ਉਹ ਸੈਂਟਰ ਲਈ ਯੂਜ਼ ਹੁੰਦੇ ਆ। ਵਿਭਾਗ ਸ਼ਬਦ ਹੁੰਦਾ ਸਟੇਟ ਦੇ ਲਈ। ਓਕੇ। ਨੈਕਸਟ ਕੁਐਸਚਨ ਹੈ, ਕੇਂਦਰ ਅਤੇ ਰਾਜ ਸਰਕਾਰ ਦੀ ਅਸਲ ਕਾਰਜਪਾਲਿਕਾ ਹੈ। ਆਪਸ਼ਨ ਏ ਹੈ ਮੰਤਰੀ ਪਰਿਸ਼ਦ, ਆਪਸ਼ਨ ਬੀ ਹੈ ਮੰਤਰੀ ਮੰਡਲ, ਆਪਸ਼ਨ ਸੀ ਹੈ ਦੋਨੋਂ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਮੰਤਰਾਲੇ ਇੱਕ ਵਰਡ ਹੈ, ਜਿਵੇਂ ਆਪਾਂ ਵਿਭਾਗ ਨੂੰ ਕਹਿੰਦੇ ਆ ਕਿ ਗ੍ਰਹਿ ਵਿਭਾਗ ਹੈ, ਉਵੇਂ ਹੀ ਮੰਤਰਾਲੇ ਇੱਕ ਸ਼ਬਦ ਹੈ।
ਜਿੰਦੇ ਵਿੱਚ ਗ੍ਰਹਿ ਵਿਭਾਗ ਦੇ ਸਾਰੇ ਜੋ ਆ ਮੰਤਰੀ ਵਗੈਰਾ ਇਕੱਠੇ ਹੁੰਦੇ ਆ, ਉਹਦੇ ਸਕੱਤਰ ਹੁੰਦੇ ਆ, ਜੋ ਗ੍ਰਹਿ ਮੰਤਰਾਲੇ ਵਿੱਚ ਕੰਮ ਕਰਨ ਵਾਲੇ ਹੋਰ ਮਿਨਿਸਟਰ ਹੁੰਦੇ ਆ, ਉਹ ਗ੍ਰਹਿ ਮੰਤਰਾਲੇ ਵਿੱਚ ਆਉਂਦੇ ਆ। ਸੋ ਇਸ ਦਾ ਰਾਈਟ ਆਨਸਰ ਹੈ ਕੇਂਦਰ ਅਤੇ ਰਾਜ ਸਰਕਾਰ ਦੀ ਅਸਲ ਕਾਰਜਪਾਲਿਕਾ ਜੋ ਹੈ ਉਹ ਮੰਤਰੀ ਮੰਡਲ ਹੈ, ਜਿਹਨੂੰ ਕੈਬਨਿਟ ਵੀ ਕਿਹਾ ਜਾਂਦਾ ਹੈ। ਠੀਕ ਹੈ, ਇਸ ਦੇ ਵਿੱਚ 15 ਤੋਂ ਲੈ ਕੇ 20 ਮੈਂਬਰ ਹੁੰਦੇ ਆ, ਮੰਤਰੀ ਹੁੰਦੇ ਆ, ਜੋ ਮਹੱਤਵਪੂਰਨ ਮੰਤਰੀ ਹੁੰਦੇ ਆ। ਲੇਕਿਨ ਜੋ ਮੰਤਰੀ ਪਰਿਸ਼ਦ ਹੁੰਦੀ ਹੈ ਉਹਦੇ ਵਿੱਚ ਜੋ ਹੈ 60 ਤੋਂ ਲੈ ਕੇ 70 ਮੰਤਰੀ ਹੁੰਦੇ ਆ। ਜਿੰਨੇ ਵੀ ਮੰਤਰੀ ਦੀ ਟਾਈਪ ਹੈ, ਕੈਬਨਿਟ ਮੰਤਰੀ, ਰਾਜ ਮੰਤਰੀ, ਉਪ ਮੰਤਰੀ, ਉਹ ਸਾਰੇ ਜੋ ਆ ਮੰਤਰੀ ਪਰਿਸ਼ਦ ਵਿੱਚ ਆ ਜਾਂਦੇ ਆ। ਲੇਕਿਨ ਮੰਤਰੀ ਮੰਡਲ ਵਿੱਚ ਸਿਰਫ ਕੈਬਨਿਟ ਮੰਤਰੀ ਹੀ ਆਉਂਦੇ ਆ। ਓਕੇ, ਔਰ ਕੈਬਨਿਟ ਜੋ ਹੈ ਉਹ ਰਾਸ਼ਟਰਪਤੀ ਦੀ ਮੁੱਖ ਸਲਾਹਕਾਰੀ ਸੰਸਥਾ ਵੀ ਹੈ। ਜਿੰਨੇ ਵੀ ਨੀਤੀ ਨਿਰਧਾਰਨ ਦੇ ਅਹਿਮ ਮਹੱਤਵਪੂਰਨ ਫੈਸਲੇ ਹੁੰਦੇ ਆ ਉਹ ਮੰਤਰੀ ਮੰਡਲ ਹੀ ਡਿਸਾਈਡ ਕਰਦਾ ਹੈ, ਨਾ ਕਿ ਮੰਤਰੀ ਪਰਿਸ਼ਦ। ਓਕੇ, ਸੋ ਇਹਦੇ ਵਿੱਚ ਇੰਨੇ ਹੀ ਟੌਪਿਕ ਸੀ। ਇਹਦੇ ਵਿੱਚ ਕੋਈ ਡਾਊਟ ਹੈ ਤਾਂ ਪੁੱਛ ਲਓ। ਫਿਰ ਆਪਾਂ ਸ਼ੁਰੂ ਕਰਾਂਗੇ ਕੈਬਨਿਟ ਕਮੇਟੀਜ਼, ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆ ਮੰਤਰੀ ਮੰਡਲੀ ਸਮਿਤੀਆਂ। ਹੈਂਡ ਰੇਜ਼ ਕਰ ਲਿਓ 1 ਬਾਈ 1, ਅਗਰ ਕਿਸੇ ਨੂੰ ਪਿਛਲੇ ਟੌਪਿਕ ਵਿੱਚ ਕੋਈ ਡਾਊਟ ਹੈ ਤਾਂ। ਹਾਂਜੀ ਮਨਦੀਪ ਸਿੰਘ। ਸਰ ਆਰਟੀਕਲ 153 ਹੁੰਦਾ ਰਾਜ ਮੰਤਰੀਆਂ ਦੀ। ਹਾਂਜੀ। ਆਰਟੀਕਲ 161 ਤੇ 161 ਔਰ 160 ਜੋ ਹੈ ਮੰਤਰੀ ਮੰਡਲ ਨਾਲ ਸੰਬੰਧਿਤ ਨਹੀਂ ਆ, ਇਸ ਲਈ ਟੌਪਿਕ ਦੇ ਵਿੱਚ ਨਹੀਂ ਸੀ। ਮੈਂ ਟੌਪਿਕ ਨਾਲ ਰਿਲੇਟਡ ਹੀ ਸਿਰਫ ਦੱਸ ਰਿਹਾ। ਮੰਤਰੀ ਜੋ ਆ ਰਾਜ ਮੰਤਰੀਆਂ ਲਈ 164 ਤੋਂ ਲੈ ਕੇ 168 ਤੱਕ ਹੈਗੇ ਆ ਆਰਟੀਕਲ। ਕਲਾਸ ਆ ਵਾਲੀ ਤਾਂ ਓਵਰ ਹੋਣ ਵਾਲੀ ਹੈ 2 ਮਿੰਟ ਦੇ ਵਿੱਚ। ਅਗਰ ਤੁਸੀਂ ਨੈਕਸਟ ਸੈਸ਼ਨ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਦੱਸ ਦਿਓ। ਬਾਕੀ ਅਗਰ ਟੌਪਿਕ ਕਵਰ ਕਰਨਾ ਚਾਹੁੰਦੇ ਹੋ, ਅਗਰ ਕੱਲ ਕਰਨਾ ਚਾਹੁੰਦੇ ਹੋ ਤਾਂ ਕੱਲ ਕਰ ਲਾਂਗੇ। ਉਹਦੇ ਵਿੱਚ ਇਹ ਤੁਹਾਡੇ ਤੇ ਡਿਪੈਂਡ ਹੈ। ਬਾਕੀ ਵੀ ਦੱਸ ਦਿਓ ਯੈਸ ਔਰ ਨੋ ਕਰਨਾ ਹੈ ਜਾਂ ਨਹੀਂ। ਓਕੇ, ਕਿਉਂਕਿ ਆ ਮੀਟਿੰਗ ਤਾਂ 2 ਮਿੰਟ ਤੋਂ ਬਾਅਦ ਓਵਰ ਹੋਏਗੀ, ਫਿਰ ਮੈਨੂੰ ਨੈਕਸਟ ਲਿੰਕ ਭੇਜਣਾ ਪਏਗਾ ਤੁਹਾਨੂੰ ਗਰੁੱਪ ਦੇ ਵਿੱਚ। ਉਸ ਤੋਂ ਬਾਅਦ ਮੰਤਰੀ ਪਰਿਸ਼ਦ ਦੁਆਰਾ ਦਿੱਤੀ ਸਲਾਹ ਰਾਸ਼ਟਰਪਤੀ ਲਈ ਔਰ ਰਾਜਪਾਲ ਲਈ ਮੰਨੀ ਜਾਣੀ ਜ਼ਰੂਰੀ ਹੈ। ਹਮੇਸ਼ਾ ਲਈ ਨਹੀਂ ਹੈ, ਪੁਨਰ ਵਿਚਾਰ ਲਈ ਭੇਜ ਸਕਦਾ ਉਹ। ਸਿਰਫ ਇੱਕ ਵਾਰੀ ਪੁਨਰ ਵਿਚਾਰ ਲਈ ਭੇਜ ਸਕਦਾ ਹੈ। ਅਗਰ ਮੰਤਰੀ ਪਰਿਸ਼ਦ ਉਹੀ ਸਲਾਹ ਦੁਬਾਰਾ ਰਾਸ਼ਟਰਪਤੀ ਔਰ ਰਾਜਪਾਲ ਨੂੰ ਦਿੰਦੀ ਹੈ ਤਾਂ ਉਹ ਪੁਨਰ ਵਿਚਾਰ ਲਈ ਨਹੀਂ ਭੇਜ ਸਕਦਾ, ਉਹ ਮੰਨਣੀ ਜ਼ਰੂਰੀ ਹੋਏਗੀ। ਹਾਂਜੀ, ਬਿੱਲ ਹੋਰ ਚੀਜ਼ ਹੁੰਦੀ ਹੈ। ਨਹੀਂ, ਸਲਾਹ ਮਤਲਬ ਕੋਈ ਸਲਾਹ ਦੇ ਰਹੀ ਹੈ ਮੰਤਰੀ ਪਰਿਸ਼ਦ, ਮਤਲਬ ਐਡਵਾਈਸ ਦੇ ਰਹੀ ਹੈ। ਤਾਂ ਇਹਦੇ ਵਿੱਚ 2 ਸੋਧ ਹੋਈਆਂ। 1 ਮਿੰਟ ਮੈਂ ਆ ਕਲੀਅਰ ਕਰਦਾ। 1 ਮਿੰਟ ਵੀਰੇ, ਯਾਰ ਮਾਈਕ ਮਿਊਟ ਕਰ ਲਓ। ਮੈਂ ਇਹਦੇ ਵਿੱਚ 2 ਜੋ ਸੋਧਾਂ ਹੋਈਆਂ ਉਹਦੇ ਬਾਰੇ ਦੱਸਦਾ। ਫਰਸਟ ਸੋਧ ਹੋਈ 42 ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ 1976 ਦੇ ਵਿੱਚ। ਇੰਦਰਾ ਗਾਂਧੀ ਦੀ ਸਰਕਾਰ ਵੇਲੇ ਉਹਨੇ ਕੀ ਕੀਤਾ, ਉਹਨੇ ਕਿਹਾ ਮੰਤਰੀ ਪਰਿਸ਼ਦ ਸਲਾਹ ਦੇਗੀ ਉਹ ਰਾਸ਼ਟਰਪਤੀ ਲਈ ਮੰਨਣੀ ਜ਼ਰੂਰੀ ਹੈ। ਲੇਕਿਨ ਇੰਦਰਾ ਗਾਂਧੀ ਦੀ ਸਰਕਾਰ ਤੋਂ ਬਾਅਦ ਜੋ ਨੈਕਸਟ ਸਰਕਾਰ ਆਈ 44, ਉਹਨੇ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਕੀਤੀ 1978 ਦੇ ਵਿੱਚ। ਉਹਨੇ ਪਹਿਲਾਂ ਵਾਲੀ ਜੋ ਵਿਵਸਥਾ ਸੀ ਉਹਨੂੰ ਬਦਲ ਕੇ ਇਹ ਵਿਵਸਥਾ ਕਰਤੀ ਕਿ ਮੰਤਰੀ ਪਰਿਸ਼ਦ ਦੁਆਰਾ ਦਿੱਤੀ ਸਲਾਹ ਨੂੰ ਰਾਸ਼ਟਰਪਤੀ ਪੁਨਰ ਵਿਚਾਰ ਲਈ ਭੇਜ ਸਕਦਾ ਹੈ, ਇੱਕ ਵਾਰ, ਇੱਕ ਤੋਂ ਜ਼ਿਆਦਾ ਵਾਰ ਨਹੀਂ। ਹਾਂਜੀ, ਉਹ ਵਾਲੇ ਦੱਸ ਦਿਓ। ਸਿਰਫ ਉਹੀ ਯੈਸ ਕਰਨ ਜਿਨ੍ਹਾਂ ਨੇ ਹੁਣ ਕਲਾਸ ਲਗਾਉਣੀ ਹੈ। ਇਸ ਤੋਂ ਬਾਅਦ ਇੱਕ ਹੀ ਮੈਸੇਜ ਆਏ ਯੈਸ ਯੈਸ, ਵਾਰੀ ਲਿਖਣ ਦੀ ਲੋੜ ਨਹੀਂ ਹੈ। ਔਰ ਨੋ ਵਾਲੇ ਵੀ ਅਲੱਗ ਤੋਂ ਲਿਖ ਦਿਓ। ਸੋ ਮੈਂ ਕਾਊਂਟ ਕਰ ਲੈਣਾ ਕਿੰਨੇ ਬੰਦੇ ਯੈਸ ਵਾਲੇ ਆ ਔਰ ਕਿੰਨੇ ਨੋ ਵਾਲੇ ਆ। ਪਲੀਜ਼ ਰਿਪੀਟ ਨਾ ਕਰਿਓ। ਓਕੇ, 4-5 ਵੋਟ ਨੋ ਤੇ ਆ। ਚਲੋ ਅੱਜ ਵਾਲੀ ਵੀਡੀਓ ਤਾਂ ਖਤਮ ਕਰਦੇ ਆ, ਉਸ ਤੋਂ ਬਾਅਦ ਨੈਕਸਟ ਦੇਖਦੇ ਆ। ਹੁਣ ਗੱਲ ਕਰਦੇ ਆ ਕੈਬਨਿਟ ਕਮੇਟੀਜ਼ ਦੀ। ਠੀਕ ਹੈ,
ਇੱਕ ਵਾਰੀ ਮਾਈਕ ਸਭ ਦੇ ਮਿਊਟ ਹੋਣ ਲੱਗੇ ਆ। ਇਹਦੇ ਥੋੜੇ ਜਿਹੇ ਹੀ ਕੁਐਸਚਨ ਆ ਕੈਬਨਿਟ ਕਮੇਟੀਜ਼ ਦੇ, ਸੋ ਟੌਪਿਕ ਹੁਣ ਹੋ ਜਾਏਗਾ। ਇਹਦਾ ਫਰਸਟ ਕੁਐਸਚਨ ਹੈ ਮੰਤਰੀ ਮੰਡਲ ਸਮਿਤੀਆਂ ਦੀ ਸਥਾਪਨਾ ਕਿਸ ਆਧਾਰ ਤੇ ਹੁੰਦੀ ਹੈ? ਆਪਸ਼ਨ ਏ ਹੈ ਸੰਵਿਧਾਨ ਦੇ ਅਨੁਸਾਰ, ਆਪਸ਼ਨ ਬੀ ਹੈ ਰੂਲ ਆਫ ਬਿਜ਼ਨਸ ਦੇ ਅਕੋਰਡਿੰਗ, ਆਪਸ਼ਨ ਸੀ ਹੈ ਸੰਸਦ ਦੇ ਅਕੋਰਡਿੰਗ, ਆਪਸ਼ਨ ਡੀ ਹੈ ਰਾਸ਼ਟਰਪਤੀ ਦੇ ਅਕੋਰਡਿੰਗ। ਮੰਤਰੀ ਮੰਡਲ ਦੀ ਸਮਿਤੀਆਂ ਜੋ ਹੈ ਉਹਨਾਂ ਦੀ ਸਥਾਪਨਾ ਕੌਣ ਕਰਦਾ ਹੈ? ਸੀ ਆ ਰਿਹਾ ਰਿੰਕੂ ਬੱਲਾ ਦਾ, ਬੀ ਆਇਆ, ਏ ਆਇਆ ਮਨਦੀਪ ਸਿੰਘ ਦਾ, ਬੀ ਹੈ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ। ਮੰਤਰੀ ਮੰਡਲ ਸਮਿਤੀਆਂ ਦੀ ਸਥਾਪਨਾ ਰੂਲ ਆਫ ਬਿਜ਼ਨਸ ਦੇ ਅਕੋਰਡਿੰਗ ਕੀਤੀ ਜਾਂਦੀ ਹੈ। ਸੰਵਿਧਾਨ ਦੇ ਵਿੱਚ ਇਹਨਾਂ ਦਾ ਜ਼ਿਕਰ ਨਹੀਂ ਹੈ। ਮੰਤਰੀ ਮੰਡਲ ਸਮਿਤੀਆਂ ਦਾ ਸੰਵਿਧਾਨ ਵਿੱਚ ਜ਼ਿਕਰ ਨਹੀਂ ਹੈ। ਰੂਲ ਆਫ ਬਿਜ਼ਨਸ ਦੇ ਅਕੋਰਡਿੰਗ ਇਹਨਾਂ ਦੀ ਸਥਾਪਨਾ ਕੀਤੀ ਜਾਂਦੀ ਹੈ। ਨੈਕਸਟ ਕੁਐਸਚਨ ਹੈ ਮੰਤਰੀ ਮੰਡਲ ਸਮਿਤੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ? ਆਪਸ਼ਨ ਏ ਹੈ 4, ਆਪਸ਼ਨ ਬੀ ਹੈ 2, ਆਪਸ਼ਨ ਸੀ ਹੈ 3, ਆਪਸ਼ਨ ਡੀ ਹੈ ਅਨੇਕ। ਜੋ ਕੈਬਨਿਟ ਕਮੇਟੀਜ਼ ਨੇ ਉਹਨਾਂ ਦੀਆਂ ਕਿੰਨੀਆਂ ਟਾਈਪ ਨੇ? ਬੀ ਔਰ ਡੀ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ। ਦੋ ਟਾਈਪਸ ਨੇ, ਪਹਿਲੀ ਹੈ ਸਥਾਈ, ਦੂਸਰੀ ਹੈ ਅਸਥਾਈ। ਪਹਿਲੀ ਹੈ ਸਥਾਈ, दूसरी है अस्थाई। ओके, नेक्स्ट क्वेश्चन है मंत्रिमंडल समितियां दी नियुक्ति कौन करता है? ऑप्शन ए है राष्ट्रपति, ऑप्शन बी है लोक सभा स्पीकर, ऑप्शन सी है प्रधानमंत्री, ऑप्शन डी है पार्लियामेंट। पार्लियामेंट मतलब संसद। हाँ जी, स्टैंडिंग और एडहॉक। एडहॉक का मतलब तदर्थ और मतलब अस्थाई, स्टैंडिंग मतलब स्थाई, जो हमेशा ਲਈ ਬਣੀਆਂ ਰਹਿੰਦੀਆਂ। ए आ रहा और सी आ रहा, पीएम आ रहा, डी आ रहा। जो मंत्रिमंडल समितियां ने ਉਹਨਾਂ ਦੀ ਨਿਯੁਕਤੀ ਜੋ ਹੈ ਪ੍ਰਧਾਨ ਮੰਤਰੀ ਦੁਆਰਾ ਕੀਤੀ ਜਾਂਦੀ ਹੈ, ਪੀਐਮ ਦੇ ਦੁਆਰਾ। ਔਰ ਕਦੋਂ ਕੀਤੀ ਜਾਂਦੀ ਹੈ? ਸਮੇਂ ਦੀ ਮੰਗ ਅਨੁਸਾਰ। ਜੇ ਸਮੇਂ ਦੀ ਜ਼ਰੂਰਤ ਹੈ ਕਿਸੇ ਮੰਤਰੀ ਮੰਡਲ ਸਮਿਤੀ ਦਾ ਗਠਨ ਕੀਤਾ ਜਾਏ ਤਾਂ ਜੋ ਪੀਐਮ ਹੈ ਇਹਨਾਂ ਦੀ ਨਿਯੁਕਤੀ ਕਰਦਾ ਹੈ। ਨੈਕਸਟ ਕੁਐਸਚਨ ਹੈ ਮੰਤਰੀ ਮੰਡਲ ਸਮਿਤੀ ਦੇ ਕਿੰਨੇ ਮੈਂਬਰ ਹੋ ਸਕਦੇ ਹਨ? ਆਪਸ਼ਨ ਏ ਹੈ 5 ਤੋਂ 10, ਆਪਸ਼ਨ ਬੀ ਹੈ 3 ਤੋਂ 8, ਆਪਸ਼ਨ ਸੀ ਹੈ 4 ਤੋਂ 6, ਆਪਸ਼ਨ ਡੀ ਹੈ 1 ਤੋਂ 10। ਜੋ ਕੈਬਨਿਟ ਕਮੇਟੀਜ਼ ਨੇ ਉਹਨਾਂ ਦੇ ਕਿੰਨੇ ਮੈਂਬਰ ਹੋ ਸਕਦੇ ਆ? ਰਕਸ਼ਿਤ ਦਾ ਇਹ ਆਇਆ 3 ਤੋਂ 8, ਮਨਦੀਪ ਸਿੰਘ ਫਰੋਮ ਲੁਧਿਆਣਾ। ਇੰਨਾ ਵੱਡਾ ਨਾਂ ਕਿਉਂ ਰੱਖਿਆ ਯਾਰ, ਐਡਰੈਸ ਹੀ ਪੂਰਾ ਦੱਸਦਾ। ਚਲੋ ਉਹ ਤਾਂ ਮਰਜ਼ੀ ਹੈ ਤੁਹਾਡੀ, ਰਾਈਟ ਆ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ। ਮੰਤਰੀ ਮੰਡਲ ਸਮਿਤੀ ਦੇ 3 ਤੋਂ ਲੈ ਕੇ 8 ਮੈਂਬਰ ਹੋ ਸਕਦੇ ਆ। ਨੈਕਸਟ ਕੁਐਸਚਨ ਹੈ ਕਿਹੜੀ ਸਮਿਤੀ ਸਭ ਤੋਂ ਸ਼ਕਤੀਸ਼ਾਲੀ ਹੈ? ਆਪਸ਼ਨ ਏ ਹੈ ਆਰਥਿਕ ਮਾਮਲਿਆਂ ਦੀ, ਮਤਲਬ ਇਕਨੋਮਿਕ ਜੋ ਮਾਮਲੇ ਆ ਉਹਨਾਂ ਦੀ, ਆਪਸ਼ਨ ਬੀ ਹੈ ਰਾਜਨੀਤਿਕ ਮਾਮਲਿਆਂ ਦੀ, ਮਤਲਬ ਪੋਲੀਟੀਕਲ ਮਾਮਲਿਆਂ ਦੀ, ਆਪਸ਼ਨ ਸੀ ਹੈ ਸੰਸਦੀ ਮਾਮਲਿਆਂ ਦੀ, ਮਤਲਬ ਪਾਰਲੀਮੈਂਟ ਦੇ ਮਾਮਲੇ ਜੋ ਆ, ਆਪਸ਼ਨ ਡੀ ਹੈ ਮੰਤਰੀ ਮੰਡਲ ਨਿਯੁਕਤੀ ਦੀ। ਕਿਹੜੀ ਸਮਿਤੀ ਜੋ ਹੈ ਸਭ ਤੋਂ ਸ਼ਕਤੀਸ਼ਾਲੀ ਹੈ? ਏ ਔਰ ਡੀ ਸੀ ਸਭ ਦੇ ਅਲੱਗ-ਅਲੱਗ ਹੀ ਆਨਸਰ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ। ਸਭ ਤੋਂ ਸ਼ਕਤੀਸ਼ਾਲੀ ਜੋ ਸਮਿਤੀ ਹੈ ਰਾਜਨੀਤਿਕ ਮਾਮਲਿਆਂ ਦੀ ਸਮਿਤੀ ਹੈ। ਇਸ ਨੂੰ ਸੁਪਰ ਕੈਬਨਿਟ ਵੀ ਕਿਹਾ ਜਾਂਦਾ ਹੈ। ਰਾਜਨੀਤਿਕ ਮਾਮਲਿਆਂ ਦੀ ਕਮੇਟੀ ਨੂੰ ਸੁਪਰ ਕੈਬਨਿਟ ਵੀ ਕਹਿੰਦੇ ਆ ਔਰ ਇਹ ਸਭ ਤੋਂ ਸ਼ਕਤੀਸ਼ਾਲੀ ਸਮਿਤੀ ਹੈ। ਓਕੇ, ਔਰ ਇਸ ਦੀ ਅਗਵਾਈ ਜੋ ਆ ਉਹ ਪੀਐਮ ਕਰਦੇ ਆ, ਮਤਲਬ ਪ੍ਰਧਾਨ ਮੰਤਰੀ ਦੁਆਰਾ ਇਸ ਦੀ ਅਗਵਾਈ ਕੀਤੀ ਜਾਂਦੀ ਹੈ। ਸੋ ਇਹ ਇੰਨਾ ਹੀ ਟੌਪਿਕ ਸੀ। ਇਸ ਤੋਂ ਬਾਅਦ ਹੈ ਸਪੈਸ਼ਲ ਪ੍ਰੋਵੀਜ਼ਨ ਫॉर ਸਮ ਸਟੇਟਸ, ਮਤਲਬ ਕੁਝ ਰਾਜਾਂ ਲਈ ਵਿਸ਼ੇਸ਼ ਪ੍ਰਾਵਧਾਨ ਜੋ ਆ ਉਹ ਟੌਪਿਕ ਸ਼ੁਰੂ ਹੋਏਗਾ। ਸੋ ਅਗਰ ਕਿਸੇ ਦਾ ਕੋਈ ਇਹਨਾਂ ਵਿੱਚ ਡਾਊਟ ਹੈ ਤਾਂ ਉਹ ਦੱਸ ਦਿਓ ਕਮੇਟੀਜ਼ ਨੂੰ ਲੈ ਕੇ। ਹਾਂਜੀ ਮਨਪ੍ਰੀਤ, ਕੋਈ ਕਮੇਟੀ ਨੂੰ ਲੈ ਕੇ ਡਾਊਟ ਹੈ? ਹੈਂਡ ਰੇਜ਼ ਕੀਤਾ ਹੋਇਆ ਤੁਸੀਂ।